ਪੁਆਇੰਟ ਸੀਗੇ ਤੇ ਜਿਹਦੇ ਵਿੱਚ ਸੀਗਾ 에ਅਰ ਨੋਇਜ਼ ਤੇ ਵਾਟਰ ਪੋਲੂਸ਼ਨ ਦੇ ਪਿਛਲੇ 3 ਸਾਲਾਂ ਦੇ ਵਿੱਚ ਕਿੰਨੇ ਚਲਾਨ ਕੀਤੇ ਤੇ ਉਸ ਤੋਂ ਕਿੰਨਾ ਜੁਰਮਾਨਾ ਇਕੱਠਾ ਹੋਇਆ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਡਿਪਾਰਟਮੈਂਟ ਦੇ ਕੋਲ ਅਵੇਲੇਬਲ ਨਹੀਂ ਹੈ ਸਾਡੇ ਆਫਿਸ ਦੇ ਵਿੱਚ। ਕੀ ਪੋਲੂਸ਼ਨ ਬੋਰਡ ਨੇ ਕਦੀ ਕਿਸੇ ਡਾਈਂਗ ਇੰਡਸਟਰੀ ਦਾ ਚਲਾਨ ਕੱਟਿਆ ਜਾਂ ਕਦੀ ਜੁਰਮਾਨਾ ਕੀਤਾ ਅੱਜ ਤੱਕ ਲੁਧਿਆਣੇ 'ਚ? ਲੁਧਿਆਣੇ 'ਚ ਬਹੁਤ ਸਾਰੇ ਡਾਈਂਗ ਇੰਡਸਟਰੀਆਂ ਨੂੰ, ਇੱਕ ਨਹੀਂ ਬਹੁਤ ਸਾਰੇ ਡਾਈਂਗ ਇੰਡਸਟਰੀਆਂ ਨੂੰ ਜਿਹੜੀਆਂ ਬੈਂਕ ਗਰੰਟੀਆਂ ਦੇਣੀਆਂ ਪਈਆਂ, ਜੁਰਮਾਨੇ ਦੇਣੇ ਪਏ ਨੇ। ਡਿਪਾਰਟਮੈਂਟ ਨੇ ਖੁਦ ਮੰਨਿਆ ਕਿ ਉਹਨਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਚਲਾਨ ਕੱਟਣ ਦੀ ਕੋਈ ਵੀ ਉਹਨਾਂ ਕੋਲ ਪਾਵਰ ਨਹੀਂ ਹੈਗੀ। ਵਿੱਚ ਕਿਹਾ ਜਾਂਦਾ ਕਿ ਸਾਡਾ ਚਲਾਨ ਕੱਟ ਗਏ ਤੇ ਜਾਂ ਸਾਡਾ ਜੁਰਮਾਨਾ ਕਰ ਗਏ ਤੇ ਉਹ ਕਿਹੜੀਆਂ ਪਾਵਰਾਂ ਦੇ ਮਤਲਬ ਤਹਿਤ ਉਹ ਚਲਾਨ ਕੱਟੇ ਜਾਂਦੇ ਹੈ। ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ। ਮਤਲਬ ਉਹਨਾਂ ਨੇ ਖੁਦ ਜੱਜ ਸਾਹਿਬ ਦੇ ਅੱਗੇ ਐਡਮਿਟ ਕੀਤਾ? ਹਾਂ ਬਿਲਕੁਲ ਐਡਮਿਟ ਕੀਤਾ। ਜੱਜ ਸਾਹਿਬ ਨੇ ਫਿਰ ਆਰਡਰ ਕੀਤੇ ਵੀ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਇੱਕ ਇਹਦੇ ਬਾਰੇ ਇੱਕ ਐਫੀਡੇਵਿਟ ਜਿਹੜਾ ਹੈਗਾ ਇਹ ਫਾਈਲ ਕਰੋ 10 ਤਰੀਕ ਤੋਂ ਪਹਿਲਾਂ। ਤੇ ਜਿਹੜਾ ਐਫੀਡੇਵਿਟ ਜਿਹੜਾ ਹੈਗਾ ਇਹ ਇੰਜੀਨੀਅਰ ਸੰਦੀਪ ਕੁਮਾਰ ਹੈ, এনवायरमेंट ਇੰਜੀਨੀਅਰ ਕਮ ਪਬਲਿਕ ਇਨਫੋਰਮੇਸ਼ਨ ਆਫਿਸਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ, ਉਹਨਾਂ ਵੱਲੋਂ ਦਿੱਤਾ ਗਿਆ ਹੈ। ਐਫੀਡੇਵਿਟ ਦਿੱਤਾ ਹੋਇਆ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਸਰਟੀਫਾਈ ਹੈਗਾ ਬਕਾਇਦਾ। ਦੇਖੋ ਇਹਦੇ ਤੇ ਸਟੈਂਪਾਂ ਵੀ ਲੱਗੀਆਂ ਸਰਕਾਰੀ। ਗੁਪਤਾ ਜੀ ਫਿਰ ਇਸ ਜਿਹੜਾ ਐਫੀਡੇਵਿਟ ਹੈ ਇਹ ਤੋਂ ਕੀ ਪ੍ਰੂਫ ਕੀ ਹੁੰਦਾ? ਸ਼ਹਿਰ ਦੇ ਵਿੱਚ ਜੋ ਇੰਡਸਟਰੀਸਟ ਵੱਲ ਸੁਣਨ ਚਾਹੁੰਦਾ ਹੈ ਵੀ ਸਭ ਤੋਂ ਜ਼ਿਆਦਾ ਜਿਹੜਾ ਭ੍ਰਿਸ਼ਟਾਚਾਰ ਹੈ, ਕਰਪਸ਼ਨ ਹੈ, ਉਹ ਇਸ ਡਿਪਾਰਟਮੈਂਟ ਦੇ ਵਿੱਚ ਹੈ। ਇਹ ਵੀ ਸੁਣਨ ਚਾਹੁੰਦਾ ਹੈ ਵੀ ਇੱਕ ਅਫਸਰ ਨੇ 4 ਗਾਹਾਂ ਅੱਗੇ ਜਿਹੜੇ ਹੈਗੇ ਪ੍ਰਾਈਵੇਟ ਮੁਲਾਜ਼ਮ ਰੱਖੇ ਹੋਏ ਨੇ ਉਹ ਕਲੈਕਸ਼ਨਾਂ ਵਾਸਤੇ। ਜਿਹੜੇ ਅਫਸਰ ਨੇ ਉਹਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ਦੇ ਉੱਪਰ ਐਮਵੇ ਦੀ ਏਜੰਸੀ ਲਿੱਤੀਆਂ ਹੋਈਆਂ, ਕਿਸੇ ਨੇ LIC ਦੀ ਲਿੱਤੀਆਂ ਹੋਈਆਂ ਤੇ ਹੋਰ ਕਈ ਤਰ੍ਹਾਂ ਦੀ ਇਦਾਂ ਦੇ ਜਿਹੜੇ ਹੈਗੇ ਆ ਉਹ ਲਿੱਤੀਆਂ ਹੋਈ, ਜਿਹੜੀ ਧੱਕੇ ਦੇ ਨਾਲ ਐਮਵੇ ਦਾ ਮਾਲ ਵੇਚਦੇ ਨੇ ਰਿਸ਼ਵਤ ਲੈਣ ਤੋਂ ਬਾਅਦ, ਜੋ ਸੁਣਨ ਚ ਆ ਰਿਹਾ। ਸਾਰੀ ਡਿਟੇਲ ਦਿੱਤੀ, ਇਹਦਾ ਮਤਲਬ ਕੀ ਨਿਕਲਦਾ ਜੇ ਆਪਾਂ ਗੱਲ ਕਰੀਏ? ਸਰ ਇਹਦਾ ਮਤਲਬ ਤਾਂ ਇਹਦੇ ਇੱਕ ਭ੍ਰਿਸ਼ਟਾਚਾਰ ਦਾ ਇੱਕ ਅੱਡਾ ਹੈ। ਸਰਕਾਰ ਦੇ ਅੱਗੇ ਬੇਨਤੀ ਹੈ ਵੀ ਇਹਦੀ CBI ਤੋਂ ਜਿਹੜੀ ਹੈਗੀ ਜਾਂਚ ਕਰਾਈ ਜਾਵੇ। ਕਿ ਇਹਨਾਂ ਨੇ ਡਿਪਾਰਟਮੈਂਟ ਨੇ ਐਫੀਡੇਵਿਟ ਜਾਂ ਲੈਟਰ ਦੇ ਰਾਹੀਂ ਇਹ ਮੰਨਿਆ ਹੈ ਕਿ ਅਸੀਂ ਕੋਈ ਚਲਾਨ ਕਰਨ ਦੀ ਉਹਨਾਂ ਕੋਲ ਪਾਵਰ ਹੀ ਨਹੀਂ। ਸਰ ਬਿਲਕੁਲ ਜੀ, ਇਹ ਮੈਂ ਨਹੀਂ ਕਹਿ ਰਿਹਾ, ਡਿਪਾਰਟਮੈਂਟ ਨੇ ਹੱਥ ਤੋਂ ਲਿਖ ਕੇ ਦਿੱਤਾ ਹੈ ਤੇ ਨਾਲ ਐਫੀਡੇਵਿਟ ਦਿੱਤਾ ਉਹਨਾਂ ਨੇ। ਚਲਾਨ ਕੱਟਿਆ ਜਾਂ ਕਦੀ ਜੁਰਮਾਨਾ ਕੀਤਾ ਅੱਜ ਤੱਕ ਲੁਧਿਆਣੇ 'ਚ? ਲੁਧਿਆਣੇ 'ਚ ਬਹੁਤ ਸਾਰੇ ਡਾਈਂਗ ਇੰਡਸਟਰੀਆਂ ਨੂੰ, ਇੱਕ ਨਹੀਂ ਜਿਹੜੇ ਸਾਡੇ ਲੀਡਰ ਨੇ ਉਹ ਦਾਅਵੇ ਕਰ ਰਹੇ ਨੇ ਸਮਾਰਟ ਸਿਟੀ ਦੇ, ਸਫਾਈ ਦੇ, ਤੇ ਮਤਲਬ ਉਹ ਦੂਜੇ ਪਾਸੇ ਆ ਦੇਖ ਰਹੇ ਹਾਂ ਅਸੀਂ ਸ਼ਹਿਰ 'ਚ ਗੰਦਗੀ ਦੇਖਦੇ ਹਾਂ, ਬੁਰਾ ਹਾਲ ਹੈ। ਤੇ ਡਿਪਾਰਟਮੈਂਟ ਉਸ ਲੈਵਲ ਤੇ ਤਾਂ ਕੰਮ ਨਹੀਂ ਕਰ ਰਿਹਾ ਪਰ ਹੋਰ ਹੀ ਕਿਸੇ ਤਰੀਕੇ ਦਾ ਪੋਲੂਸ਼ਨ ਫੈਲਾ ਰਿਹਾ। ਸਰ ਇਹ ਤਾਂ ਇੱਕ ਕੋਰੀ ਬਦਮਾਸ਼ੀ ਹੈ ਇਹਨਾਂ ਦੀ ਜੀ। ਇਹ ਤਾਂ ਇੱਕ ਦਬਕਾ ਹੈ, ਜਾਂ ਬਦਮਾਸ਼ੀ ਕਹਿ ਲਓ ਜਾਂ ਕੁਛ ਕਹਿ ਲਓ, ਜਦੋਂ ਮਰਜ਼ੀ ਲਫ਼ਜ਼ਾਂ ਦਾ ਹੇਰ ਫੇਰ ਹੈ ਉਹ ਕਹਿ ਲਓ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा हैं तो जिद्दां कि असी एक कोशिश करते हैं कि जनता नाल जुड़े मुद्दों नूं तुहाडे तक पहुँचाते रहिए। तो अज भी असी एक नवा इदां दा एक मुद्दा लैके आए हैं तो वह मुद्दा है पंजाब पोल्यूशन कंट्रोल बोर्ड का। जी हाँ, पोल्यूशन कंट्रोल बोर्ड ਜਿਹੜਾ कि 1974 ਦੇ ਵਿੱਚ ਲਗਭਗ ਇਹਦੀ ਐਗਜ਼ਿਸਟੈਂਸ ਹੋਈ ਸੀ ਸੈਂਟਰ ਪੋਲੂਸ਼ਨ ਬੋਰਡ ਦੀ, ਤੇ ਉਸ ਤੋਂ ਬਾਅਦ 1975 'ਚ ਪੰਜਾਬ ਪੋਲੂਸ਼ਨ ਬੋਰਡ ਉਹਦੀ ਹੀ ਇੱਕ ਸਬਸਿਡਰੀ ਬਣੀ। ਪਰ ਜਿਹਦਾ ਇੱਕ ਮੇਨ ਔਚਿੱਤਯ ਸੀਗਾ ਪਾਣੀ ਤੇ ਪੋਲੂਸ਼ਨ ਵੱਧਦਾ ਜਾ ਰਿਹਾ ਹੈ ਉਸ ਤੇ ਰੋਕਥਾਮ ਲਾਣਾ, ਉਸ ਤੇ ਕੰਟਰੋਲ ਰੱਖਣਾ, ਨਿਯੰਤਰਣ ਰੱਖਣਾ। ਪਰ ਇਹ ਅੱਜ ਜਿਹੜੇ ਕੁਝ ਅਸੀਂ ਖੁਲਾਸੇ ਕਰਨ ਜਾ ਰਹੇ ਹਾਂ ਜਾਂ ਕੁਝ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ RTI ਐਕਟਿਵਿਸਟ ਰਜੇਸ਼ ਗੁਪਤਾ ਜੀ ਵੱਲੋਂ, ਉਹ ਅਸੀਂ ਦੱਸਣਾ ਚਾਹਾਂਗੇ। ਉਹ ਦੇਖਣ ਤੋਂ ਬਾਅਦ ਹੈਰਾਨੀ ਹੁੰਦੀ ਹੈ ਕਿ ਇਹ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਹੈਗਾ ਉਹਦਾ ਔਚਿੱਤਯ ਕੀ ਹੈ, ਉਹਦੇ ਕਾਰਵਾਈ ਕੀ ਹੈ, ਉਹਦੇ ਕੀ ਚੀਜ਼ਾਂ ਹੈਗੀਆਂ। ਸੋ ਗੱਲਬਾਤ ਕਰਾਂਗੇ ਰਜੇਸ਼ ਗੁਪਤਾ ਜੀ ਨਾਲ ਜਿਨ੍ਹਾਂ ਨੇ ਸਾਨੂੰ ਬੁਲਾਇਆ ਔਰ ਅਸੀਂ ਪਹੁੰਚੇ ਇਹਨਾਂ ਤੱਕ ਗੱਲਬਾਤ ਕਰਨ ਲਈ। ਕੁਝ ਹੈਰਾਨੀਜਨਕ ਖੁਲਾਸੇ ਕਰਾਂਗੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਲਈ ਤੇ ਗੱਲਬਾਤ ਕਰਦੇ ਹਾਂ। ਨਮਸਕਾਰ ਸਰ। ਨਮਸਕਾਰ ਜੀ। ਨਮਸਕਾਰ। ਕੀ ਅੱਜ ਦਾ ਮਾਮਲਾ ਹੈ, ਕੀ ਖੁਲਾਸੇ ਹੈਗੇ? ਸਰ ਇਸ ਤਰ੍ਹਾਂ ਮੈਂ ਇੱਕ 26/7 ਨੂੰ ਇੱਕ RTI ਪਾਈ ਸੀਗੀ ਜਿਸ ਦੇ ਵਿੱਚ ਮੈਂ ਕੁਝ ਜਿਹੜੇ ਹੈਗੀ ਇਨਫੋਰਮੇਸ਼ਨ ਇਹਨਾਂ ਕੋਲੋਂ ਮੰਗੀਆਂ ਸੀਗੀਆਂ, ਜਿਹਦੇ ਵਿੱਚ ਮੇਨ ਜਿਹੜੇ ਸੀਗੇ 3 ਪੁਆਇੰਟ ਸੀਗੇ ਤੇ ਜਿਹਦੇ ਵਿੱਚ ਸੀਗਾ 에ਅਰ ਨੋਇਜ਼ ਤੇ ਵਾਟਰ ਪੋਲੂਸ਼ਨ ਦੇ ਪਿਛਲੇ 3 ਸਾਲਾਂ ਦੇ ਵਿੱਚ ਕਿੰਨੇ ਚਲਾਨ ਕੀਤੇ ਤੇ ਉਸ ਤੋਂ ਕਿੰਨਾ ਜੁਰਮਾਨਾ ਇਕੱਠਾ ਹੋਇਆ। ਤੇ ਜਿਹੜਾ ਮੈਨੂੰ ਇਹਨਾਂ ਦਾ ਜਵਾਬ ਆਇਆ
19/8 ਨੂੰ ਉਹ ਬੜਾ ਹੀ ਇੱਕ ਹੈਰਾਨੀਯੋਗ ਸੀਗਾ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਡਿਪਾਰਟਮੈਂਟ ਦੇ ਕੋਲ ਅਵੇਲੇਬਲ ਨਹੀਂ ਹੈ ਸਾਡੇ ਆਫਿਸ ਦੇ ਵਿੱਚ, ਜਿਹੜੀ ਮਤਲਬ ਦੇਖ ਕੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਵੀ ਮਤਲਬ ਕੋਈ ਰਿਕਾਰਡ ਹੀ ਹੈ ਨਹੀਂਗਾ। ਤੇ ਉਸ ਤੋਂ ਬਾਅਦ ਫਿਰ ਫਸਟ ਅਪੀਲ ਪਾਈ 6/9 ਨੂੰ, ਫਿਰ 30/11 ਨੂੰ ਸੈਕੰਡ ਅਪੀਲ ਪਾਈ, ਉਸ ਤੋਂ ਬਾਅਦ 13/1 ਨੂੰ ਫਿਰ ਇਹਨਾਂ ਸੈਕੰਡ ਅਪੀਲ ਤੋਂ ਬਾਅਦ ਇੱਕ ਰਿਪਲਾਈ ਆਇਆ, ਜਿਸ ਦੇ ਵਿੱਚ ਇਹਨਾਂ ਨੇ ਆਪਣਾ ਜਵਾਬ ਜਿਹੜਾ ਹੈਗਾ ਬਦਲਤਾ। ਉਹ ਕਹਿੰਦੇ ਜੀ ਇਹ ਇੱਕ ਬਹੁਤ ਬੜਾ ਇੱਕ ਵਾਈਡ ਸਬਜੈਕਟ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਇਨ ਦਿਸ ਰਿਗਾਰਡ ਇਟ ਇਜ਼ intimated that the air pollution is a very wide subject which covers a different range of aspects like stubble burning, industrial pollution, solid waste, vehicle pollution, etc. The appellant wide seeking information under Act 2005 has not mentioned the specific aspects the air pollution. It is further informed that there is no specific maintenance of data regarding total challan issued and fine collected. ਇਹਦੇ ਵਿੱਚ ਹੀ ਦੋ ਉਹ ਸਵਾਲ ਕਰਦੇ ਪਏ ਨੇ, ਜਵਾਬ ਦੇ ਰਹੇ ਨੇ ਵੀ ਇੱਕ ਤਾਂ ਇਹਦਾ ਬਹੁਤ ਇੱਕ ਵਾਈਡ ਜਿਹੜਾ ਹੈਗਾ ਦਾ ਐਸਪੈਕਟਸ ਹੈ ਵੀ ਕਈ ਤਰ੍ਹਾਂ ਦੀ ਜਿਹੜੀ ਹੈਗੀ ਹੈ ਉਹ 에ਅਰ ਪੋਲੂਸ਼ਨ ਹੁੰਦਾ ਹੈ, ਇਸ ਤੋਂ ਇਲਾਵਾ ਵੀ ਸਾਡੇ ਕੋਲ ਕੋਈ ਰਿਕਾਰਡ ਹੀ ਫਿਰ ਹੈ ਨਹੀਂਗਾ। ਅਤੇ ਮਤਲਬ ਇਹ ਜਿਹੜੇ ਹੈਗੇ ਆ, ਇਸ ਤੋਂ ਬਾਅਦ ਇਹ ਸੈਟਿਸਫੈਕਟਰੀ ਨਹੀਂ ਹੋਣ ਤੋਂ ਬਾਅਦ ਮੈਂ 30/11 ਨੂੰ ਸੈਕੰਡ ਅਪੀਲ ਪਾਈ ਸਟੇਟ ਇਨਫੋਰਮੇਸ਼ਨ ਕਮਿਸ਼ਨ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ 13/1 ਨੂੰ ਇਹਨਾਂ ਦਾ ਮੈਨੂੰ ਇੱਕ ਫਿਰ ਜਵਾਬ ਆਇਆ ਅਤੇ ਜਿਸ ਦੇ ਵਿੱਚ ਉਹਨਾਂ ਨੇ ਆਹ ਸਾਰਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਂਸ਼ਨ ਕੀਤੀਆਂ। ਉਸ ਤੋਂ ਬਾਅਦ 17/2 ਨੂੰ ਸਾਡੀ ਜਿਹੜੀ ਤਰੀਕ ਸੀਗੀ ਉਹ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਸੀਗੀ, ਜਿਹਦੇ ਵਿੱਚ ਜੱਜ ਸਾਹਿਬ ਦੇ ਅੱਗੇ ਅਸੀਂ ਪੇਸ਼ ਹੋਏ, ਲੇਕਿਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਕੋਈ ਵੀ ਜਿਹੜਾ ਬੰਦਾ ਹੈਗਾ ਉੱਥੇ ਪੇਸ਼ ਨਹੀਂ ਹੋਇਆ। ਕੀ ਮਤਲਬ ਉਹਨਾਂ ਵੱਲੋਂ ਕੋਈ ਬੰਦਾ ਹੀ ਨਹੀਂ ਆਇਆ? ਕੋਈ ਬੰਦਾ ਨਹੀਂ ਆਇਆ। ਫਿਰ ਜੱਜ ਸਾਹਿਬ ਨੇ ਟੈਲੀਫੋਨ ਕੀਤਾ ਇਹਨਾਂ ਨੂੰ ਪਰਸਨਲੀ, ਮਤਲਬ ਖੁਦ ਜੱਜ ਸਾਹਿਬ ਨੇ ਜੱਜ ਸਾਹਿਬ ਨੇ ਆਪਣੇ ਮੋਬਾਈਲ ਤੋਂ ਉਹਨਾਂ ਨੂੰ ਟੈਲੀਫੋਨ ਕੀਤਾ ਵੀ ਤੁਸੀਂ ਕੋਈ ਆਏ ਨਹੀਂ। ਉਹਨਾਂ ਦੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਬੰਦੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹਦੇ ਬਾਰੇ ਡਿਸਕਸ ਕੀਤਾ ਵੀ ਇਹ ਇੱਕ ਬੜਾ ਇੱਕ ਪਬਲਿਕ ਇਸ਼ੂ ਹੈ, ਇਹ ਕਿਸੇ ਦੇ ਪਰਸਨਲ ਬਾਰੇ ਨਹੀਂ ਪੁੱਛ ਰਹੇ, ਸਿਰਫ ਇਹ ਕਹਿ ਰਹੇ ਵੀ ਤੁਸੀਂ ਕਿੰਨੇ ਚਲਾਨ ਕੀਤੇ ਤੇ ਕਿੰਨਾ ਜੁਰਮਾਨਾ ਇਕੱਠਾ ਕੀਤਾ 3 ਸਾਲ 'ਚ, ਇਹ ਪਬਲਿਕ ਇੰਟਰਸਟ ਦੇ ਵਿੱਚ ਹੈ ਤੇ ਇਹਦੀ ਇਨਫੋਰਮੇਸ਼ਨ ਦਿਓ। ਕਿ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਇਹਦੇ ਬਾਰੇ, ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ। ਮਤਲਬ ਉਹਨਾਂ ਨੇ ਖੁਦ ਜੱਜ ਸਾਹਿਬ ਦੇ ਅੱਗੇ ਐਡਮਿਟ ਕੀਤਾ? ਹਾਂ, ਬਿਲਕੁਲ ਐਡਮਿਟ ਕੀਤਾ। ਜੱਜ ਸਾਹਿਬ ਨੇ ਫਿਰ ਆਰਡਰ ਕੀਤੇ ਵੀ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਇੱਕ ਇਹਦੇ ਬਾਰੇ ਇੱਕ ਐਫੀਡੇਵਿਟ ਜਿਹੜਾ ਹੈਗਾ ਇਹ ਫਾਈਲ ਕਰੋ 10 ਤਰੀਕ ਤੋਂ ਪਹਿਲਾਂ। ਠੀਕ ਹੈ। ਤੇ ਜਿਹੜਾ ਕਿ ਐਫੀਡੇਵਿਟ ਜਿਹੜਾ ਹੈਗਾ ਇਹ ਮੇਰੇ ਕੋਲ ਕੱਲ ਹੀ ਜਿਹੜਾ ਹੈਗਾ ਇਹ ਐਫੀਡੇਵਿਟ ਪਹੁੰਚਿਆ ਤੇ ਇਸ ਦੇ ਨਾਲ ਇੱਕ ਲੈਟਰ ਵੀ ਹੈ ਤੇ ਲੈਟਰ ਦੇ ਨਾਲ ਐਫੀਡੇਵਿਟ ਹੈ ਵੀ ਅਸੀਂ ਜੋ ਕੁਝ ਅਸੀਂ ਕਹਿ ਰਹੇ ਹਾਂ ਇਹ ਇਸ ਤੋਂ ਇਲਾਵਾ ਹੋਰ ਸਾਡੇ ਕੋਲ ਕੁਝ ਨਹੀਂ ਹੈਗਾ। ਠੀਕ ਹੈ। ਤੇ ਜਿਹੜਾ ਐਫੀਡੇਵਿਟ ਜਿਹੜਾ ਹੈਗਾ ਇੰਜੀਨੀਅਰ ਸੰਦੀਪ ਕੁਮਾਰ ਹੈ, এনवायरमेंट ਇੰਜੀਨੀਅਰ ਕਮ ਪਬਲਿਕ ਇਨਫੋਰਮੇਸ਼ਨ ਆਫੀਸਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਉਹਨਾਂ ਵੱਲੋਂ ਦਿੱਤਾ ਗਿਆ ਹੈ। ਇਹ 11 ਅਪ੍ਰੈਲ ਦਾ ਜਿਹੜਾ ਹੈਗਾ ਦੀ ਗੱਲ ਹੋਈ ਸੀ, ਹਾਂਜੀ, ਕਿਹੜੇ ਅਧਿਕਾਰੀ ਨਾਲ ਗੱਲ ਹੋਈ ਸੀ? ਦੇਖੋ ਜੀ ਮੈਨੂੰ ਨਾਮ ਤਾਂ ਨਹੀਂ ਪਤਾ, ਲੇਕਿਨ ਜੋ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਇੰਜੀਨੀਅਰ ਪਰਮਜੀਤ ਸਿੰਘ ਸੀਨੀਅਰ এনवायरमेंट ਇੰਜੀਨੀਅਰ ਦੇ ਨਾਲ ਉਹਨਾਂ ਦੀ ਗੱਲ ਹੋਈ ਸੀਗੀ, ਜੋ ਉਹਦੇ ਵਿੱਚ ਐਫੀਡੇਵਿਟ 'ਚ ਮੈਂਸ਼ਨ ਕੀਤਾ। ਮੈਂ ਆਪਣੇ ਟੀਮ ਮੈਂਬਰ ਨੂੰ ਕਹਿਣਾ ਚਾਹਾਂਗਾ ਇੱਕ ਵਾਰੀ ਐਫੀਡੇਵਿਟ 'ਤੇ ਪੂਰੀ ਤਰ੍ਹਾਂ ਇਹਨਾਂ ਦੀ ਜਿਹੜੀ ਹੈਗੀ ਆ ਇਹ ਐਫੀਡੇਵਿਟ ਦਿੱਤਾ ਗਿਆ ਤੇ ਦਿਖਾਉਣਾ ਚਾਹਾਂਗੇ। ਇਸ 'ਤੇ ਜਿਹੜਾ ਹੈਗਾ ਨੋਟਰੀ ਤੋਂ ਅਟੈਸਟਡ ਹੈਗਾ ਇਹ ਜਿਹੜਾ ਐਫੀਡੇਵਿਟ ਦਿੱਤਾ ਹੋਇਆ ਔਰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਸਰਟੀਫਾਈ ਹੈਗਾ ਬਕਾਇਦਾ। ਦੇਖੋ ਇਹਦੇ 'ਤੇ ਸਟੈਂਪਾਂ ਵੀ ਲੱਗੀਆਂ ਸਰਕਾਰੀ। ਸੋ ਇਸ ਚੀਜ਼ ਨੂੰ ਅਸੀਂ ਦੱਸ ਰਹੇ ਹਾਂ, ਦਿਖਾ ਰਹੇ ਹਾਂ ਇੱਕ ਵਾਰੀ ਤੁਹਾਨੂੰ। ਇਹਦੇ ਪਿੱਛੇ ਵੀ ਇੱਕ ਵਾਰੀ ਕੋਸ਼ਿਸ਼ ਕਰਦੇ ਹਾਂ ਪਿੱਛੇ ਵੀ ਨਾਰਮਲੀ ਦੇਖਿਆ ਜਾਏ ਤਾਂ ਆ ਸਾਰਾ ਕੁਝ ਕੀਤਾ ਹੋਇਆ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਹੈਗੀ ਹੈ ਇਹ ਹੈ ਕਿ ਤੇ ਗੁਪਤਾ ਜੀ ਫਿਰ ਇਸ ਜਿਹੜਾ ਐਫੀਡੇਵਿਟ ਹੈ ਇਹ ਤੋਂ ਕੀ ਪ੍ਰੂਫ ਕੀ ਹੁੰਦਾ? ਸਰ ਇਹ ਤਾਂ ਇੱਕ ਬਹੁਤ ਬੜਾ ਇੱਕ ਹੈਰਾਨੀਯੋਗ ਜਿਹੜਾ ਹੈਗਾ ਇਹ ਚੀਜ਼ ਹੈਗੀ ਹੈ, ਜਦ ਕਿ ਇੰਨੀ ਦਹਿਸ਼ਤ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਵੀ ਪੰਜਾਬ ਪੋਲਿਊਸ਼ਨ ਸਭ ਤੋਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਜੋ ਇੰਡਸਟਰੀਲਿਸਟ ਵੱਲ ਸੁਣਨ ਚਾਹੁੰਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਭ੍ਰਿਸ਼ਟਾਚਾਰ ਹੈ, ਕਰਪਸ਼ਨ ਹੈ ਉਹ ਇਸ ਡਿਪਾਰਟਮੈਂਟ ਦੇ ਵਿੱਚ ਹੈ। ਅੱਛਾ ਜੀ। ਹਾਂਜੀ, ਉਹ ਤਾਂ ਲੋਕ ਤਾਂ ਇਹ ਵੀ ਚਰਚਾ ਹੈ, ਇਹ ਵੀ ਸੁਣਨ ਚਾਹੁੰਦਾ ਵੀ ਇੱਕ ਅਫਸਰ ਨੇ 4 ਗਾਹਾਂ ਅੱਗੇ ਜਿਹੜੇ ਹੈਗੇ ਪ੍ਰਾਈਵੇਟ ਮੁਲਾਜ਼ਮ ਰੱਖੇ ਹੋਏ ਨੇ ਉਹ ਕਲੈਕਸ਼ਨਾਂ ਵਾਸਤੇ। ਮਤਲਬ ਇੰਨੀ ਕਲੈਕਸ਼ਨ, ਹਾਂ ਇੰਨੀ ਜਿਹੜੀ ਹੈਗੀ ਆ ਇੱਕ ਭ੍ਰਿਸ਼ਟਾਚਾਰ ਹੈ। ਇਸ ਤੋਂ ਇਲਾਵਾ ਤੇ ਜਿਹੜੀ ਇਹ ਭ੍ਰਿਸ਼ਟਾਚਾਰ ਤੋਂ ਇਲਾਵਾ ਜਿਹੜੇ ਅਫਸਰ ਨੇ ਉਹਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ਦੇ ਉੱਪਰ ਐਮਵੇ ਦੀ ਏਜੰਸੀ ਲਿੱਤੀਆਂ ਹੋਈਆਂ, ਕਿਸੇ ਨੇ LIC ਦੀ ਲਿੱਤੀਆਂ ਹੋਈਆਂ ਤੇ ਹੋਰ ਕਈ ਤਰ੍ਹਾਂ ਦੇ ਇੱਦਾਂ ਦੇ ਜਿਹੜੇ ਹੈਗੇ ਆ ਉਹ ਲਿੱਤੀਆਂ ਹੋਈ, ਜਿਹੜੀ ਧੱਕੇ ਦੇ ਨਾਲ ਐਮਵੇ ਦਾ ਮਾਲ ਵੇਚਦੇ ਨੇ ਰਿਸ਼ਵਤ ਲੈਣ ਤੋਂ ਬਾਅਦ, ਜੋ ਸੁਣਨ ਚ ਆ ਰਿਹਾ।
ਤੇ LIC ਜਿਹੜੀਆਂ ਪਾਲਿਸੀਜ਼ ਨੇ ਉਹ ਵੀ ਧੱਕੇ ਨਾਲ ਕਰਵਾਉਣੀਆਂ ਪੈ ਰਹੀਆਂ ਲੋਕਾਂ ਨੂੰ। ਸੋ ਤੁਸੀਂ ਕਹਿਣ ਦਾ ਮਤਲਬ ਹੈ ਸਰੇਆਮ ਇੱਕ ਤਰ੍ਹਾਂ ਦਾ ਆਰੋਪ ਲਗਾ ਰਹੇ ਹੋ ਕਿ ਜਿਹੜੀ ਅੱਜ ਕੱਲ੍ਹ ਰਿਸ਼ਵਤ ਵੀ ਇਹਨਾਂ ਨੇ ਇੰਨੇ ਸ਼ਾਤਰ ਹੈਗੇ ਹੈ ਕਿ ਇਹਨਾਂ ਨੇ ਰਿਸ਼ਵਤ ਨੂੰ ਵੀ ਹਾਈਟੈਕ ਕਰ ਦਿੱਤਾ ਹੈ। ਇਹ ਰਿਸ਼ਵਤ ਨਾ ਲੈ ਕੇ ਭ੍ਰਸ਼ਟਾਚਾਰ ਨੂੰ ਇਦਾਂ ਫੈਲਾਇਆ ਜਾ ਰਿਹਾ ਹੈ ਕਿ ਉਹਨੂੰ ਲੀਗਲਾਈਜ਼ ਕਰ ਦਿੱਤਾ ਹੈਗਾ ਕਿ ਅਸੀਂ MBA ਜਾਂ LIC ਜਾਂ ਇਦਾਂ ਜੀ ਦੇਖੋ ਜੋ ਸੁਣਨ ਚ ਆ ਰਿਹਾ ਜੋ ਕਿ ਚਰਚਾ ਜੋ ਲੋਕ ਦੱਸਦੇ ਆ ਵੀ ਪੈਸੇ ਵੀ ਲੈਂਦੇ ਨੇ ਤੇ ਜ਼ਬਰਦਸਤੀ ਸਮਾਨ ਵੀ ਵੇਚਦੇ ਨੇ MBA ਦਾ ਤੇ LIC ਦੀ ਪਾਲਿਸੀਆਂ ਵੀ ਜ਼ਬਰਦਸਤੀ ਕਰਦੇ ਨੇ ਜੀ। ਰਿਸ਼ਵਤ ਤਾਂ ਲੈਂਦੇ ਹੀ ਲੈਂਦੇ ਨੇ। ਜੋ ਉਹ ਤਾਂ ਠੀਕ ਹੈ ਤੇ ਇਹ ਜਿਹੜਾ ਐਫੀਡੇਵਿਟ ਇਹਨਾਂ ਨੇ ਦਿੱਤਾ ਇਹਦੇ ਵਿੱਚ ਇਹਨਾਂ ਨੇ ਲਿਖਿਆ ਕੀ ਹੈ ਸਰ? ਇਹਨਾਂ ਨੇ ਖੁਲਾਸਾ ਇਹ ਕੀਤਾ ਜੀ ਵੀ ਆ ਇਹਦੀ ਜਿਹੜੀ ਹੈਗੀ ਆ ਆ ਲੈਟਰ ਹੈ ਦੀ ਜੀ ਆਹ ਜੀ ਇਹ 7/4 ਦੀ ਹੈ ਲੈਟਰ ਨੰਬਰ 7375। ਠੀਕ ਹੈ। ਇਹਦੇ ਵਿੱਚ ਇਹਨਾਂ ਨੇ ਜਿਹੜੇ ਜਵਾਬ ਦਿੱਤਾ ਜੀ ਪਹਿਲੇ ਪੁਆਇੰਟ ਦਾ there is no provision for issuing any challan under Air Prevention and Control Pollution Act 1981 hence information sought nil। second point ਦਾ ਆ ਗਿਆ air ਦਾ ਆ ਗਿਆ ਫਿਰ noise there is no provision for issuing any challans under noise pollution rules 2000 hence information sought nil। ਉਸ ਤੋਂ ਬਾਅਦ C point there is no provision for issuing any challan under water provision prevention and control of pollution act 1974 hence information sought nil। ਇਹਦੀ ਵੀ ਤੁਸੀਂ ਜਿਹੜੀ ਹੈਗੀ ਹੈ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਇੱਕ ਵਾਰੀ ਇਹਨਾਂ ਦੀ ਵੀ ਇੱਕ ਵਾਰੀ ਪ੍ਰੋਪਰ ਸਕੈਨਿੰਗ ਕੀਤੀ ਜਾਏ ਕਿ ਕੀ ਲਿਖਿਆ ਹੋਇਆ ਹੈ ਤੇ ਇਹਦਾ ਜਿਹੜਾ ਇਹਦੇ ਵਿੱਚ ਸਾਰੀ ਡਿਟੇਲ ਦਿੱਤੀ ਇਹਦਾ ਮਤਲਬ ਕੀ ਨਿਕਲਦਾ ਜੇ ਆਪਾਂ ਗੱਲ ਕਰੀਏ ਸਰ? ਇਹਦਾ ਮਤਲਬ ਤਾਂ ਇਹਦੇ ਇੱਕ ਭ੍ਰਿਸ਼ਟਾਚਾਰ ਦਾ ਇੱਕ ਅੱਡਾ ਹੈ ਜੀ। ਮੇਰੀ ਸਰਕਾਰ ਦੇ ਅੱਗੇ ਬੇਨਤੀ ਹੈ ਵੀ ਇਹਦੀ CBI ਤੋਂ ਜਿਹੜੀ ਹੈਗੀ ਜਾਂਚ ਕਰਾਈ ਜਾਵੇ ਇਹਨਾਂ ਇਸ ਡਿਪਾਰਟਮੈਂਟ ਦੀ ਇਸਦੀ ਕਾਰਗੁਜ਼ਾਰੀ ਦੀ ਤੇ ਜਿਹੜੇ ਇਹ ਅਫਸਰ ਨੇ ਇਹਨਾਂ ਅਫਸਰਾਂ ਦੀ ਪਰਸਨਲ ਜਿਹੜੀ ਹੈਗੀ ਹੈ ਉਹ ਇਨਕੁਆਇਰੀ ਕਰਾਈ ਜਾਵੇ ਜਿਹੜੇ ਇਹਨਾਂ ਦੀ ਪ੍ਰਾਪਰਟੀਆਂ ਦੀ ਨਾਮੀ ਬੇਨਾਮੀ ਤੇ ਇਹਨਾਂ ਪਰਿਵਾਰਿਕ ਬੰਦਿਆਂ ਦੇ ਨਾਮ ਤੇ ਹੈ ਹੋਰ ਜਿਹੜੇ ਕਾਰੋਬਾਰ ਨੇ ਉਹਨਾਂ ਸਭ ਦੀ ਜਾਂਚ ਕਰਾਈ ਜਾਵੇ। ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਜਿੱਦਾਂ ਇਹ ਆਪਾਂ ਪੜ੍ਹ ਕੇ ਸੁਣਾਇਆ ਹਾਂਜੀ ਕਈ ਲੋਕਾਂ ਨੂੰ ਸ਼ਾਇਦ ਅੰਗਰੇਜ਼ੀ 'ਚ ਨਾ ਇਹਦਾ ਅਨੁਵਾਦ ਸਮਝ ਲੱਗੇ ਤੇ ਹਿੰਦੀ 'ਚ ਇਹਦਾ ਮਤਲਬ ਕੀ ਦੱਸੋਗੇ ਥੋੜਾ ਜਿਹਾ? ਸਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਇਹ 1981 ਦਾ ਦੱਸਦੇ ਆ ਵੀ ਕੋਈ ਐਕਟ ਹੈ ਜਿਹਦੇ ਵਿੱਚ ਅਸੀਂ 에ਅਰ ਦੀ ਕੋਈ ਚਲਾਨ ਨਹੀਂ ਕਰ ਸਕਦੇ। ਹਾਂ ਇਹ ਪੁਆਇੰਟ ਦੇ ਵਿੱਚ ਦੂਜੇ B ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਵੀ 2000 ਦਾ ਨੋਇਜ਼ ਪੋਲੂਸ਼ਨ ਦਾ ਕੋਈ ਐਕਟ ਹੈ ਜਿਹਦੇ ਵਿੱਚ ਉਹਦੇ ਵਿੱਚ ਕੁਝ ਚਲਾਨ ਨਹੀਂ ਕਰ ਸਕਦੇ। C ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਵਾਟਰ ਦਾ 1974 ਦਾ ਕੋਈ ਐਕਟ ਹੈ ਜਿਹਦੇ ਵਿੱਚ ਅਸੀਂ ਕੋਈ ਚਲਾਨ ਨਹੀਂ ਕਰ ਸਕਦੇ। ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਨੇ ਡਿਪਾਰਟਮੈਂਟ ਨੇ ਐਫੀਡੇਵਿਟ ਜਾਂ ਲੈਟਰ ਦੇ ਰਾਹੀਂ ਇਹ ਮੰਨਿਆ ਹੈ ਕਿ ਅਸੀਂ ਕੋਈ ਚਲਾਨ ਕਰਨ ਦੀ ਉਹਨਾਂ ਕੋਲ ਪਾਵਰ ਹੀ ਨਹੀਂ। ਸਰ ਬਿਲਕੁਲ ਜੀ ਇਹ ਮੈਂ ਨਹੀਂ ਕਹਿ ਰਿਹਾ ਡਿਪਾਰਟਮੈਂਟ ਨੇ ਹੱਥ ਤੋਂ ਲਿਖ ਕੇ ਦਿੱਤਾ ਹੈ ਤੇ ਨਾਲ ਐਫੀਡੇਵਿਟ ਦਿੱਤਾ ਉਹਨਾਂ ਨੇ ਵੀ ਸਾਡੇ ਕੋਲ ਕੋਈ ਪਾਵਰ ਹੀ ਨਹੀਂ ਹੈ ਵੀ ਅਸੀਂ ਕੋਈ ਚਲਾਨ ਕਰ ਸਕੀਏ। ਤੇ ਫਿਰ ਤੁਸੀਂ ਹੁਣ ਇਹਦੇ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਕਿ ਇਹ ਸਾਰਿਆਂ ਤੋਂ ਬਾਅਦ ਫਿਰ ਜੇ ਕਿਹਾ ਜਾਏ ਤੇ ਡਿਪਾਰਟਮੈਂਟ ਦਾ ਰੋਲ ਕੀ ਰਹਿ ਜਾਂਦਾ? ਸਰ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਹੈ ਸਰ। ਡਿਪਾਰਟਮੈਂਟ ਤਾਂ ਜਿਹੜਾ ਹੈਗਾ ਇੱਕ ਬਹੁਤ ਬੜਾ ਇੱਕ ਭ੍ਰਿਸ਼ਟਾਚਾਰ ਦਾ ਇੱਕ ਅੱਡਾ ਬਣਿਆ ਹੈ ਇਸ ਹਿਸਾਬ ਨਾਲ ਤਾਂ ਮੇਰੀ ਤਾਂ ਸਰਕਾਰ ਤੋਂ ਡਿਮਾਂਡ ਹੈ ਵੀ ਇਹਦੀ ਜਿਹੜੀ ਹੈਗੀ ਇਹਦੀ CBI ਦੀ ਇਨਕੁਆਇਰੀ ਕੀਤੀ ਜਾਵੇ ਸਾਰੀ ਇਹਦੀ ਕਾਰਗੁਜ਼ਾਰੀ ਦੀ ਤੇ ਅਫਸਰਾਂ ਦੀ ਵੀ ਉਹ ਕੀ ਕਰਦੇ ਕੀ ਪਏ ਨੇ ਤੇ ਡਿਪਾਰਟਮੈਂਟ ਨੂੰ ਐਜ਼ ਅਰਲੀ ਐਜ਼ ਪੋਸੀਬਲ ਬੰਦ ਕੀਤਾ ਜਾਵੇ। ਅਸੀਂ ਤਾਂ ਜਿਹੜਾ ਹੈਗਾ ਮੈਂ ਤਾਂ ਬਹੁਤ ਜਲਦੀ ਜਿਹੜੀ ਹੈਗੀ ਇਹਦੀ ਜਿਹੜੀ ਹਾਈ ਕੋਰਟ 'ਚ ਇੱਕ PAL ਲਗਾਉਣ ਜਾ ਰਹੇ ਹਾਂ ਵੀ ਇਹਦੇ ਉੱਪਰ ਵੀ ਇਹ ਤਾਂ ਇੱਕ ਹਰਾਸਮੈਂਟ ਦਾ ਇੱਕ ਕਾਰਨ ਬਣਿਆ ਹੋਇਆ। ਪੋਲੂਸ਼ਨ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਡੇ ਬਾਏ ਡੇ ਵੱਧ ਰਿਹਾ ਮਤਲਬ ਅਸੀਂ ਪਾਣੀ ਵੀ ਜਿਹੜਾ ਹੈਗਾ ਜ਼ਮੀਨ 'ਚੋਂ ਨਿਕਲਦਾ ਉਹ ਕਈ ਇਲਾਕਿਆਂ ਦਾ ਪਾਣੀ ਵੀ ਪੀਲਾ ਨਿਕਲਦਾ ਮਤਲਬ ਪਾਣੀ ਵੀ ਪੀਲਾ ਨਿਕਲਦਾ ਤੇ ਅਸੀਂ ਹਵਾ ਜਿਹੜੀ ਲੈਂਦੇ ਆ ਸਾਹ ਲੈਂਦੇ ਆ ਉਹ ਅਸੀਂ 10 ਮਿੰਟ ਅਸੀਂ ਬਾਹਰ ਜਾਂਦੇ ਆ ਤਾਂ ਸਾਰੇ ਕੱਪੜੇ ਸਾਡੇ ਕਾਲੇ ਹੋਏ ਹੁੰਦੇ ਨੇ। ਹਾਂ ਮਤਲਬ ਬਹੁਤ ਬੜੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਹੋ ਰਹੀਆਂ ਲੋਕ ਮਰ ਰਹੇ ਨੇ। ਇੱਕ ਬਹੁਤ ਬੜਾ ਇੱਕ ਜਿਹੜਾ ਜਾਨਲੇਵਾ ਬਿਮਾਰੀਆਂ ਘਾਤਕ ਬਿਮਾਰੀਆਂ ਜਿਹੜੀਆਂ ਹੈਗੀਆਂ ਇਹਦੇ ਕਰਕੇ ਹੋ ਰਹੀਆਂ। ਸਰਕਾਰ ਨੂੰ ਇਹ ਤੇ ਜਿਹੜਾ ਹੈਗਾ ਉਹ ਇੱਕ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਇੱਕ ਲੁਧਿਆਣੇ ਦਾ ਤਾਂ ਇੱਕ ਬਹੁਤ ਬੜਾ ਇੱਕ ਮੁੱਦਾ ਹੈਗਾ ਹੀ ਹੈਗਾ ਇਹ ਤਾਂ ਬਲਕਿ ਰਾਦਰ ਇੱਕ ਵਰਲਡ ਵਾਈਡ ਇੱਕ ਇਸ਼ੂ ਹੈ ਇਹਦੇ ਉੱਪਰ ਸਰਕਾਰਾਂ ਜਿਹੜੇ ਮੈਂ ਤਾਂ ਹੈਰਾਨ ਆ ਵੀ ਸਰਕਾਰਾਂ ਕੀ ਕਰ ਰਹੀਆਂ। ਜਿਹੜੇ ਸਾਡੇ ਲੀਡਰ ਨੇ ਉਹ ਦਾਅਵੇ ਕਰ ਰਹੇ ਨੇ ਸਮਾਰਟ ਸਿਟੀ ਦੇ ਸਫਾਈ ਦੇ ਤੇ ਮਤਲਬ ਉਹ ਦੂਜੇ ਪਾਸੇ ਆ ਦੇਖ ਰਹੇ ਹਾਂ ਅਸੀਂ ਸ਼ਹਿਰ 'ਚ ਗੰਦਗੀ ਦੇਖਦੇ ਹਾਂ ਬੁਰਾ ਹਾਲ ਹੈ ਤੇ ਮਤਲਬ ਬਹੁਤ ਇੱਕ ਪਰਸੈਂਟ ਦਾ ਮਤਲਬ ਇਹ ਕਹਿ ਰਹੇ ਹੋ ਕਿ ਜਿਸ ਚੀਜ਼ ਲਈ ਇਹਨਾਂ ਦਾ ਇੱਕ ਵਿਕਾਸ ਕੀਤਾ ਗਿਆ ਸੀ ਇਸ ਬੋਰਡ ਦਾ ਕਿ ਪੋਲੂਸ਼ਨ ਨੂੰ ਕੰਟਰੋਲ ਕਰਨ ਲਈ ਜਾਂ ਵਾਟਰ ਦਾ ਜਾਂ ਨੋਇਜ਼ ਦਾ ਪੋਲੂਸ਼ਨ ਕੰਟਰੋਲ ਕਰਨ ਲਈ ਤੇ ਡਿਪਾਰਟਮੈਂਟ ਉਸ ਲੈਵਲ ਤੇ ਤਾਂ ਕੰਮ ਨਹੀਂ ਕਰ ਰਿਹਾ ਪਰ ਹੋਰ ਹੀ ਕਿਸੇ ਤਰੀਕੇ ਦਾ ਪੋਲੂਸ਼ਨ ਫੈਲਾ ਰਿਹਾ। ਸਰ ਇਹ ਤਾਂ ਆਪਣੀ ਹੀ ਜਿਹੜੀਆਂ ਹੈਗੀਆਂ ਜੋ ਮੈਨੂੰ ਲੱਗਦਾ ਹੈ ਜੋ ਲੋਕ ਸੁਣਨ ਚਾਹ ਰਹੇ ਵੀ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਨੇ। ਇਹ ਡਿਪਾਰਟਮੈਂਟ ਦਾ ਤਾਂ ਕੋਈ ਕੰਮ ਨਹੀਂ ਕਰ ਰਹੇ। ਕੋਈ ਪੋਲੂਸ਼ਨ ਦੀ ਰੋਕਥਾਮ ਵਾਸਤੇ ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਨਾ ਕੋਈ ਪੋਲੂਸ਼ਨ ਦਾ ਕੋਈ ਮੈਨੂੰ ਕੋਈ ਰੋਕਥਾਮ ਨਜ਼ਰ ਆ ਰਹੀ ਹੈ। ਅਕਸਰ ਦੇਖਿਆ ਗਿਆ ਕਿ ਇਹੋ ਜਿਹੇ ਡਿਪਾਰਟਮੈਂਟ ਦੇ ਬਾਰੇ ਜਦੋਂ ਤੁਸੀਂ RTI ਲਗਾਈ ਜਾਂ ਤੁਸੀਂ ਇੱਕ ਆਵਾਜ਼ ਚੱਕੀ ਤੇ ਕੀ ਤੁਹਾਨੂੰ ਡਿਪਾਰਟਮੈਂਟ ਵੱਲੋਂ ਕਿਸੇ ਨੇ ਅਪਰੋਚ ਨਹੀਂ ਕੀਤਾ?
ਸਰ ਉਹਨਾਂ ਦੇ ਆਏ, ਸਾਨੂੰ ਨੋਟਿਸ ਆਏ ਵੀ ਸਾਡੇ ਕੋਲ ਤੁਸੀਂ ਆਓ ਜੀ ਇੱਥੇ, ਹੋਰ ਵੀ ਉਹਨਾਂ ਅਪਰੋਚ ਕੀਤਾ ਵੀ ਤੁਸੀਂ ਮਿਲੋ ਜੀ, ਲੇਕਿਨ ਮੈਂ ਕਿਸ ਵਾਸਤੇ ਮਿਲਣਾ, ਮੇਰਾ ਕੋਈ ਉਹਨਾਂ ਕੋਲ ਮਿਲਣ ਦਾ ਕੋਈ ਤੁਕ ਨਹੀਂ ਹੈ, ਮੈਂ ਨਾ ਕਿਸੇ ਕੋਲ ਇਸ ਤਰ੍ਹਾਂ ਜਾਣਨਾ ਮੈਂ। ਓਕੇ, ਸੋ ਹੁਣ ਤੁਹਾਡੀ ਮੰਗ ਕੀ ਹੈ? ਫਿਰ ਮੰਗ ਹੈ ਸਰਕਾਰ ਇਹ 'ਤੇ ਕਾਰਵਾਈ ਕਰੇ, ਇਹ 'ਤੇ ਹਾਈ ਲੈਵਲ ਦੀ ਜਿਹੜੀ ਹੈਗੀ ਹੈ ਇਹਦੀ। ਆਮ ਇੰਡਸਟਰੀ ਨੂੰ, ਟ੍ਰੇਡ ਨੂੰ, ਆਮ ਲੋਕਾਂ ਨੂੰ ਜਿਹੜੇ ਡਰਦੇ ਹੈ ਇਸ ਡਿਪਾਰਟਮੈਂਟ ਤੋਂ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਰ ਇਹ ਤਾਂ ਇੱਕ ਕੋਰੀ ਬਦਮਾਸ਼ੀ ਹੈ ਇਹਨਾਂ ਦੀ ਜੀ, ਇਹ ਤਾਂ ਇੱਕ ਦਬਕਾ ਹੈ, ਜਾਂ ਬਦਮਾਸ਼ੀ ਕਹਿ ਲਓ ਜਾਂ ਕੁਛ ਕਹਿ ਲਓ, ਜਦੋਂ ਮਰਜ਼ੀ ਲਫ਼ਜ਼ਾਂ ਦਾ ਹੇਰ ਫੇਰ ਹੈ ਉਹ ਕਹਿ ਲਓ। ਇਹ ਤਾਂ ਆਪ ਕੇ ਮੰਨ ਰਹੇ ਆ ਵੀ ਸਾਡੇ ਕੋਲ ਤਾਂ ਕੋਈ ਚਲਾਨ ਦੀ ਕਰਨ ਦੀ ਪਾਵਰ ਹੀ ਹੈ ਨਹੀਂਗੀ। ਜੇ ਚਲਾਨ ਨਹੀਂ ਕਰਨ ਦੀ ਪਾਵਰ, ਫਿਰ ਇਹਨਾਂ ਕੋਲ ਪਾਵਰਾਂ ਕੀ ਹੈ ਫਿਰ ਇੰਨੀ ਦਬਕਾ ਕਿਸ ਚੀਜ਼ ਦਾ ਹੈ? ਫਿਰ ਤੁਸੀਂ ਕਹਿ ਰਹੇ ਹੋ ਕਿ ਬੇਸਿਕਲੀ ਤੁਸੀਂ ਮੰਗ ਕਰ ਰਹੇ ਹੋ ਕਿ ਇਹਨਾਂ ਦੀ ਕਾਰਜਸ਼ੈਲੀ ਕੀ ਹੈ, ਇਹਨਾਂ ਦੇ ਵਰਕਿੰਗ ਫੀਲਡ ਕੀ ਹੈ, ਉਹ ਸਾਰਾ ਦੱਸਿਆ ਜਾਣਾ ਚਾਹੀਦਾ, ਸਾਰਾ ਬਿਲਕੁਲ ਦੱਸਿਆ, ਹਾਂ ਕਲੀਅਰ ਹੋਣਾ ਚਾਹੀਦਾ, ਉਹ ਸਾਰਾ ਚੈੱਕ ਹੋਣਾ ਚਾਹੀਦਾ। ਤੇ ਵੀ ਹੁਣ ਤੁਸੀਂ ਕੋਈ ਨਵੀਂ ਅਗਲੀ ਅਪੀਲ ਪਾਓਗੇ ਕਿ ਇਹਨਾਂ ਦੀ ਵਰਕਿੰਗ ਕੀ ਹੈ, ਇਹਦੇ ਵਰਕਿੰਗ ਫੀਲਡਸ ਦੱਸੇ ਜਾਣ? ਸਰ ਬਿਲਕੁਲ ਜੀ, ਬਿਲਕੁਲ। ਮੈਂ ਇੱਕ ਅਗਲੀ ਆਰਟੀਏ ਵੀ ਜਿਹੜੀ ਹੈਗੀ ਅੱਜ ਤਿਆਰ ਕੀਤੀ ਹੈ, ਜਿਹਦੇ ਵਿੱਚ ਹੋਰ ਫਰਦਰ ਜਿਹੜੀਆਂ ਹੈਗੀਆਂ ਇਨਫੋਰਮੇਸ਼ਨਸ ਮੈਂ ਮੰਗੀਆਂ, ਤੇ ਉਹ ਜਿਹੜੀ ਹੈਗੀ ਉਹ ਵੀ ਮੈਂ ਕੱਲ ਨੂੰ ਫਾਈਲ ਕਰ ਦੂੰਗਾ। ਇਸ ਤੋਂ ਇਲਾਵਾ ਮੇਰੀ ਵਕੀਲ ਨਾਲ ਵੀ ਅੱਜ ਗੱਲ ਹੋਈ ਹੈ, ਇਹਦੀ ਜਿਹੜੀ ਹੈਗੀ ਹੈ ਉਹਨੂੰ ਕਿਹਾ ਵੀ ਇਸਦੀ ਜਿਹੜੀ PIL ਜਿਹੜੀ ਹੈਗੀ ਹੈ ਉਹ ਹਾਈ ਕੋਰਟ 'ਚ ਅਸੀਂ ਲਗਾਉਣੀ ਹੈ, ਤੇ ਉਹਦੀ ਤਿਆਰੀ ਅਸੀਂ ਕਰਕੇ ਐਜ਼ ਅਰਲੀ ਐਜ਼ ਪੋਸੀਬਲ, ਥੋੜ੍ਹਾ ਕੋਵਿਡ ਕਰਕੇ ਹਾਲੇ ਥੋੜ੍ਹੀ ਜਿਹੀ ਰੁਕਾਵਟ ਹੈ, ਤੇ ਉਹਨੂੰ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਹੈਗਾ ਉਹਨੂੰ ਅਸੀਂ ਹਾਈ ਕੋਰਟ 'ਚ ਮੂਵ ਕਰਾਂਗੇ, NGT 'ਚ ਮੂਵ ਕਰਾਂਗੇ, ਜਿਸ ਤਰ੍ਹਾਂ ਸਾਡਾ ਲਾਇਰ ਜਿਹੜਾ ਹੈਗਾ ਐਡਵਾਈਜ਼ ਕਰੂਗਾ ਉਹਦੇ ਮੁਤਾਬਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਅਸੀਂ ਵੱਧ ਤੋਂ ਵੱਧ ਕਰ ਸਕਦੇ ਹੋਵਾਂਗੇ ਉਹ ਅਸੀਂ ਕਰਾਂਗੇ, ਕਿਉਂਕਿ ਇਹ ਸਾਡੀ ਡਿਊਟੀ ਹੈ, ਸਾਡਾ ਧਰਮ ਹੈ, ਧਰਤੀ ਸਾਡੀ ਮਾਂ ਹੈ। ਇਹ ਜਿਹੜਾ ਪੋਲਿਊਸ਼ਨ ਹੈ ਇਹ ਸਾਡੇ ਵਾਸਤੇ ਵੀ ਘਾਤਕ ਹੈ, ਸਾਡੀ ਆਉਣ ਵਾਲੀ ਜਨਰੇਸ਼ਨਾਂ ਵਾਸਤੇ ਵੀ ਘਾਤਕ ਹੈ। ਇਸ ਕਰਕੇ ਇਹ ਸਾਡਾ ਤੇ ਇਕੱਲਾ ਸਾਡਾ ਨਹੀਂ, ਸਭ ਦਾ ਇੱਕ ਧਰਮ ਹੈ। ਮੈਂ ਜਿਹੜੇ ਇਨਵਾਇਰਨਮੈਂਟ ਜਿਹੜੇ ਪ੍ਰੇਮੀ ਹੈ, ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰੂੰਗਾ, ਲੋਕਾਂ ਨੂੰ ਵੀ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਇਹਦੇ ਵਿੱਚ ਸਾਡੇ ਨਾਲ ਆਓ ਤੇ ਇਹਦੇ ਖਿਲਾਫ ਆਵਾਜ਼ ਉਠਾਓ, ਤੇ ਤਾਂ ਕਿ ਜਿਹੜਾ ਹੈਗਾ ਆਪਾਂ ਇਹਨੂੰ ਆਪਣੇ ਵਾਸਤੇ ਔਰ ਆਪਣੀਆਂ ਆਉਣ ਵਾਲੀ ਜਨਰੇਸ਼ਨਸ ਵਾਸਤੇ ਆਪਾਂ ਕੁਝ ਕਰ ਸਕੀਏ। ਥੈਂਕ ਯੂ ਜੀ, ਥੈਂਕ ਯੂ। ਤੇ ਦੋਸਤੋ, ਮੈਂ ਇੱਕ ਵਾਰੀ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਕਿ ਗੁਰੂਆਂ ਨੇ ਵੀ ਇੱਕ ਚੀਜ਼ ਕਹੀ ਹੋਈ ਹੈ, ਸਾਡੇ ਗ੍ਰੰਥਾਂ 'ਚ ਵੀ ਲਿਖੀ ਹੈ ਕਿ ਜਿਵੇਂ ਕਿ ਪਵਨ ਨੂੰ ਪਿਤਾ ਦੱਸਿਆ ਗਿਆ ਹੈ, ਪਾਣੀ ਨੂੰ ਗੁਰੂ ਦੱਸਿਆ ਗਿਆ ਔਰ ਧਰਤੀ ਮਾਂ ਨੂੰ ਮਾਂ ਦੱਸਿਆ ਗਿਆ। ਤੇ ਅਸੀਂ ਇੱਕ ਵਾਰੀ ਫਿਰ ਮੈਂ ਤੁਹਾਨੂੰ ਆ ਐਫੀਡੇਵਿਟ ਜਿਹੜਾ ਗੁਪਤਾ ਜੀ ਨੂੰ ਆਇਆ ਹੈ ਡਿਪਾਰਟਮੈਂਟ ਵੱਲੋਂ ਇਹ ਦਿਖਾਉਣਾ ਚਾਹਾਂਗਾ ਕਿ ਜਿਹਦੇ 'ਤੇ ਦੇਖਣ ਤੋਂ ਬਾਅਦ ਬੜੀ ਹੈਰਾਨੀ ਹੁੰਦੀ ਹੈ ਕਿ ਡਿਪਾਰਟਮੈਂਟ ਨੇ ਖੁਦ ਮੰਨਿਆ ਕਿ ਉਹਨਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਚਲਾਨ ਕੱਟਣ ਦੀ ਕੋਈ ਵੀ ਉਹਨਾਂ ਕੋਲ ਪਾਵਰ ਨਹੀਂ ਹੈਗੀ, ਤੇ ਜੇ ਪਾਵਰ ਨਹੀਂ ਹੈਗੀ ਹੈ ਤੇ ਉਸ ਹਿਸਾਬ ਨਾਲ ਜਿਹੜਾ ਅਸੀਂ ਟ੍ਰੇਡ ਜਿਹੜਾ ਇੱਕ ਕੁਐਸਚਨ ਖੜੇ ਹੋ ਰਿਹਾ ਕਿ ਫਿਰ ਟ੍ਰੇਡ ਔਰ ਇੰਡਸਟਰੀ ਨੂੰ ਜਿਹੜਾ ਬਾਰ-ਬਾਰ ਜਿਹੜਾ ਦਿਖਾਇਆ ਜਾਂਦਾ ਹੈ, ਅਕਸਰ ਸੁਣਿਆ ਜਾਂਦਾ ਹੈ ਟ੍ਰੇਡ ਔਰ ਇੰਡਸਟਰੀ ਦੇ ਵਿੱਚ ਕਿਹਾ ਜਾਂਦਾ ਕਿ ਸਾਡਾ ਚਲਾਨ ਕੱਟ ਗਏ ਤੇ ਜਾਂ ਸਾਡਾ ਜੁਰਮਾਨਾ ਕਰ ਗਏ, ਤੇ ਉਹ ਕਿਹੜੀਆਂ ਪਾਵਰਾਂ ਦੇ ਮਤਲਬ ਤਹਿਤ ਉਹ ਚਲਾਨ ਕੱਟੇ ਜਾਂਦੇ ਹੈ। ਇਹ ਸਾਰੀਆਂ ਕੁਐਸਚਨ ਖੜੇ ਹੋ ਰਹੇ ਆ, ਡਿਪਾਰਟਮੈਂਟ ਦੀ ਕਾਰਗੁਜ਼ਾਰੀ ਜਿਹੜੀ ਹੈ ਸਾਰੀ ਸਵਾਲਾਂ ਦੇ ਘੇਰੇ 'ਚ ਆ ਰਹੀ ਹੈ। ਸੋ ਇਹ ਬਹੁਤ ਸਾਰੇ ਕੁਐਸਚਨ ਜਿਹੜਾ ਸਰਕਾਰ ਵੱਲੋਂ, ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਜਿਹੜਾ ਇੱਕ ਜੇ ਕਿਹਾ ਜਾਏ ਲੈਟਰ ਕੱਢੀ ਗਈ ਹੈ ਜਾਂ ਐਫੀਡੇਵਿਟ ਦਿੱਤਾ ਗਿਆ ਹੈ, ਇਹ ਆਪਣੇ ਆਪ 'ਚ ਹੀ ਉਹਨਾਂ ਦੀ ਕਾਰਗੁਜ਼ਾਰੀ 'ਤੇ ਬੜੇ ਸਵਾਲ ਖੜੇ ਕਰ ਰਿਹਾ ਹੈ। ਤੇ ਇੰਡਸਟਰੀ ਟ੍ਰੇਡ ਨੂੰ ਵੀ ਅਸੀਂ ਕਹਾਂਗੇ ਕਿ ਇਸ ਮਾਮਲਿਆਂ 'ਤੇ ਬਹੁਤ ਜ਼ਿਆਦਾ ਗੌਰ ਫਰਮਾਓ ਔਰ ਦੇਖੋ ਕਿ ਕੀ ਤੁਹਾਡੇ ਜਿਹੜੇ ਚਲਾਨ ਕੱਟੇ ਹੈ ਜਾਂ ਕੱਲ੍ਹ ਨੂੰ ਕੋਈ ਅਧਿਕਾਰੀ ਜੇ ਚਲਾਨ ਕੱਟਣ ਆਉਂਦਾ ਹੈ, ਚਲਾਨ ਕੱਟਣ ਦੀ ਤੁਹਾਨੂੰ ਗੱਲ ਕਹਿੰਦਾ ਹੈ, ਤੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਭਾਈ ਉਹ ਕਿਹੜੇ ਨਿਯਮਾਂ ਦੇ, ਕਿਹੜੇ ਰਾਈਟਸ ਦੇ ਅਗੇਂਸਟ ਤੁਹਾਡਾ ਚਲਾਨ ਕੱਟਣ ਦੀ ਤੁਹਾਨੂੰ ਗੱਲ ਕਰ ਰਹੇ ਹੈ। ਸੋ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਾ ਬਣੋ। ਅਸੀਂ ਜਨਹਿਤੈਸ਼ੀ ਟੀਮ ਜਿੱਦਾਂ ਕਿ ਇੱਕ ਪ੍ਰਯਾਸ ਕਰ ਰਹੇ ਹਾਂ ਕਿ ਅਕਸਰ ਜਨਤਾ ਨਾਲ ਜੁੜੇ ਮੁੱਦੇ ਚੱਕਦੇ ਰਹੀਏ। ਸੋ ਇੱਦਾਂ ਹੀ ਹੋਰ ਵੀ ਨਵੇਂ ਮੁੱਦਿਆਂ ਨਾਲ ਕੋਸ਼ਿਸ਼ ਕਰਦੇ ਰਹਾਂਗੇ ਤੁਹਾਨੂੰ ਰੂਬਰੂ ਕਰਾਉਣ ਦੀ। ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ।